ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੋ ਵਿਚਾਰ ਲੜੀ ਚੱਲ ਰਹੀ ਹੈ ਤਵਾਰੀਖ ਗੁਰੂ ਖਾਲਸੇ ਦੂਤ ਤੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਦੀ ਧਰਤੀ ਤੇ ਹਨ। ਅੱਜ ਜੋ ਅਸੀਂ ਪ੍ਰਸੰਗ ਲੈਣਾ ਹੈ ਉਹ ਹੈ ਇੱਕ ਬੀਬੀ ਦਾ ਜਿਸ ਦੇ ਘਰ ਕੋਈ ਪੁੱਤਰ ਨਹੀਂ ਸੀ। ਅਸੀਂ ਦੇਖਣਾ ਹੈ ਕਿ ਕਿਵੇਂ ਮਨਮਤ ਰੂਪੀ ਪਾਣੀ ਪਾ ਕੇ ਗੁਰਮਤ ਰੂਪੀ ਅੰਮ੍ਰਿਤ ਨੂੰ ਪਤਲਾ ਕੀਤਾ ਜਾ ਰਿਹਾ। ਬੀਬੀ ਦੇ ਘਰ ਪੁੱਤਰ ਨਹੀਂ ਸੀ, ਉਮਰ ਵਡੇਰੀ ਹੁੰਦੀ ਜਾ ਰਹੀ ਸੀ। ਬੀਬੀ ਨੇ ਇੱਕ ਕਵਿਤਾ ਪੜ੍ਹੀ। ਉਹ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਨੇ 3 ਵਾਰ ਸੁਣੀ। ਆਓ ਉਹ ਕਵਿਤਾ ਦੇ ਜਿਹੜੇ ਬੋਲ ਲਿਖੇ ਨੇ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ। ਸੋਹਣੀਏ ਦਾੜੀਏ ਬੀਬੀਏ ਪੱਗੇ, ਮੈਂ ਬੈਣ ਕਰੇਂਦੀ ਸੱਚੇ ਸਤਿਗੁਰ ਅੱਗੇ, ਗੋਤ ਬੜਾਂ ਵਿੱਚ ਵਸਦੀ ਹਾਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਇਹ ਕਵਿਤਾ ਇਹ ਸੱਦ ਇੱਕ ਬੀਬੀ ਜਿਹੜੀ ਚੱਬੇ ਦੇ ਰਹਿਣ ਵਾਲੀ ਸੀ ਉਸਨੇ ਪੜ੍ਹੀ। ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਵਿਤਾ ਬਹੁਤ ਪਸੰਦ ਆਈ, ਬਹੁਤ ਚੰਗੀ ਲੱਗੀ। ਗੁਰੂ ਜੀ ਨੇ 3 ਵਾਰ ਬੀਬੀ ਜੀ ਨੂੰ ਕਿਹਾ ਕਿ ਇਹ ਕਵਿਤਾ ਬਾਰ-ਬਾਰ ਸੁਣਾਓ। ਇਸ ਕਵਿਤਾ ਤੋਂ ਖੁਸ਼ ਹੋ ਕੇ ਇਸ ਦਾ ਅੰਤਰੀਮ ਭਾਵ ਗੁਰੂ ਸਾਹਿਬ ਸਮਝ ਗਏ ਕਿ ਬੀਬੀ ਕੀ ਕਹਿਣਾ ਚਾਹੁੰਦੀ ਹੈ। ਬੀਬੀ ਦੇ ਘਰ ਕੋਈ ਔਲਾਦ ਨਹੀਂ ਸੀ, ਕੋਈ ਬੱਚਾ ਨਹੀਂ ਸੀ, ਤਾਂ ਬੀਬੀ ਨੇ ਇਹ ਇੱਕ ਬੇਨਤੀ ਗੁਰੂ ਮਹਾਰਾਜ ਦੇ ਅੱਗੇ ਕੀਤੀ ਸੀ। ਗੁਰੂ ਜੀ ਨੇ ਪੈਨ ਲਿਆ, ਪੇਪਰ ਲਿਆ, ਕਲਮ ਲਈ, ਤਾਂ ਬੀਬੀ ਜੀ ਨੂੰ ਇੱਕ ਪੁੱਤਰ ਦੀ ਦਾਤ ਬਖਸ਼ਣ ਲੱਗੇ। ਮੈਂ ਇੱਕ ਬੇਨਤੀ ਕਰਦੇ ਹਾਂ, ਇਹ ਮੈਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਰੱਖਦਾ। ਕਹਾਣੀ ਉਹ ਸੁਣਾ ਰਿਹਾ ਜਿਹੜੀ ਗਿਆਨੀ ਗਿਆਨ ਸਿੰਘ ਜੀ ਨੇ ਲਿਖੀ ਹੈ। ਇਸ ਦਾ ਵਿਸ਼ਲੇਸ਼ਣ ਅਸੀਂ ਬਾਅਦ ਵਿੱਚ ਕਰਾਂਗੇ। ਗੁਰੂ ਸਾਹਿਬ ਪੈਨ ਲੈ ਕੇ ਕਲਮ ਲੈ ਕੇ ਇੱਕ ਪੁੱਤਰ ਦੀ ਦਾਤ ਦੇਣ ਲੱਗੇ। ਉਹਨੇ ਚਿਰ ਨੂੰ ਇੱਕ ਸਿੱਖ ਆ ਗਿਆ, ਉਸਨੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕਣ ਨਾਲ ਗੁਰੂ ਸਾਹਿਬ ਜੀ ਦਾ ਹੱਥ ਹਿੱਲ ਗਿਆ ਤਾਂ ਇੱਕ ਦੀ ਜਗ੍ਹਾ 7 ਲਿਖਿਆ ਗਿਆ। ਸੋ ਗੁਰੂ ਸਾਹਿਬ ਨੇ ਉਸ ਬੀਬੀ ਨੂੰ ਕਿਹਾ ਕਿ ਮੈਂ ਇੱਕ ਪੁੱਤਰ ਦੇਣ ਵਾਲਾ ਸੀ, ਇਹ 7 ਲਿਖੇ ਗਏ, ਹੁਣ ਤੁਹਾਨੂੰ 7 ਪੁੱਤਰ ਬਖਸ਼ੇ ਗਏ। ਇਹ ਕਹਾਣੀ ਜਦੋਂ ਮੈਂ ਪੜ੍ਹੀ ਤਾਂ ਮੈਨੂੰ ਇੱਕ ਹੋਰ ਪ੍ਰਸੰਗ ਯਾਦ ਆ ਗਿਆ ਜੋ ਆਮ ਤੌਰ ਤੇ ਬਹੁਤ ਜ਼ੋਰ ਸ਼ੋਰ ਨਾਲ ਗੁਰਮਤਿ ਦੀਆਂ ਸਟੇਜਾਂ ਤੋਂ ਸੁਣਾਇਆ ਜਾਂਦਾ ਹੈ। ਇਹ ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ। ਅੰਮ੍ਰਿਤਸਰ ਦੀ ਧਰਤੀ ਹੈ, ਉੱਥੇ ਇੱਕ ਬੀਬੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਜਾ ਰਹੇ ਨੇ। ਇੱਕ ਬੀਬੀ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਦੀਆਂ ਬਾਂਗਾਂ ਫੜ ਲਈਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕਾਰਨ ਪੁੱਛਿਆ, ਕੀ ਕਾਰਨ ਹੈ? ਬੀਬੀ ਕਹਿਣ ਲੱਗੀ, ਬੇਨਤੀ ਹੈ, ਜੋਦੜੀ ਹੈ, ਬੁਢਾਪਾ ਆ ਚੱਲਿਆ ਪਰ ਘਰ ਕੋਈ ਪੁੱਤਰ ਨਹੀਂ ਹੈ, ਤੁਸੀਂ ਪੁੱਤਰ ਦੀ ਦਾਤ ਬਖਸ਼ੋ। ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਨੇ ਕਿ ਬੀਬੀ, ਜੋ ਪ੍ਰਭੂ ਦੀ ਰਜ਼ਾ, ਮਾਲਿਕ ਦੀ ਰਜ਼ਾ, ਉਸ ਵਿੱਚ ਰਾਜੀ ਰਹਿਣਾ ਚਾਹੀਦਾ ਹੈ। ਇਹ ਦਾਤਾਂ ਮਾਲਿਕ ਦੇ ਹੱਥ ਹੈ, ਜੋ ਉਸਨੇ ਲਿਖਿਆ ਹੈ ਉਹੀ ਮਿਲਣਾ ਹੈ, ਇਸ ਕਰਕੇ ਉਸ ਦੀ ਰਜ਼ਾ ਵਿੱਚ ਰਾਜੀ ਰਹੋ। ਬੀਬੀ ਕਹਿਣ ਲੱਗੀ, ਨਹੀਂ ਜੀ, ਪੁੱਤਰ ਜ਼ਰੂਰੀ ਚਾਹੀਦਾ ਹੈ। ਫਿਰ ਗੁਰੂ ਸਾਹਿਬ ਅੰਤਰ ਧਿਆਨ ਹੋ ਕੇ ਦੇਖਦੇ ਹਨ ਕਿ ਇਹਦੇ ਕਰਮਾਂ ਵਿੱਚ ਕੋਈ ਪੁੱਤਰ ਹੈ ਜਾਂ ਨਹੀਂ। ਜਦੋਂ ਦੇਖਿਆ ਕੋਈ ਪੁੱਤਰ ਕਰਮਾਂ ਵਿੱਚ ਨਹੀਂ ਲਿਖਿਆ, ਗੁਰੂ ਸਾਹਿਬ ਨੇ ਹਰਗੋਬਿੰਦ ਸਾਹਿਬ ਨੇ ਕਿਹਾ, ਬੀਬੀ ਤੇਰੇ ਕਰਮਾਂ ਵਿੱਚ ਕੋਈ ਪੁੱਤਰ ਨਹੀਂ ਲਿਖਿਆ। ਬੀਬੀ ਕਹਿਣ ਲੱਗੀ
लो कलम ते दवात, आ लो पेपर। ਉੱਥੇ ਵੀ ਤੁਸੀਂ ਲਿਖਣਾ ਸੀ, ਇੱਥੇ ਵੀ ਤੁਸੀਂ ਲਿਖਣਾ। ਆਪ ਹੁਣ ਲਿਖ ਦਿਓ, ਪਹਿਲਾਂ ਨਹੀਂ ਲਿਖਿਆ ਹੋਇਆ ਤਾਂ। ਗੁਰੂ ਸਾਹਿਬ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਆਖਰ ਉਹ ਬੀਬੀ ਨਾ ਮੰਨੀ। ਤਾਂ ਗੁਰੂ ਸਾਹਿਬ ਨੇ ਸੋਚਿਆ ਚਲੋ ਇੱਕ ਪੁੱਤਰ ਦੀ ਦਾਤ ਇਹਨਾਂ ਨੂੰ ਦੇ ਦਿੰਦੇ ਆ। ਕਲਮ ਦਵਾਤ ਤੇ ਪੇਪਰ ਲੈ ਕੇ ਲਿਖਣ ਲੱਗੇ। ਜਿਉਂ ਹੀ ਏਕਾ ਲਿਖਣ ਲੱਗੇ, ਘੋੜੇ ਨੇ ਅਗਲਾ ਪੌੜ ਚੁੱਕ ਲਿਆ, ਕਿਉਂਕਿ ਕਾਫੀ ਦੇਰ ਘੋੜੇ ਖੜੇ ਨੂੰ ਹੋ ਗਏ ਸਨ। ਘੋੜਾ ਐਸਾ ਜਾਨਵਰ ਜ਼ਿਆਦਾ ਦੇਰ ਖੜਾ ਨਹੀਂ ਰਹਿ ਸਕਦਾ। ਜਿਉਂ ਹੀ ਉਸਨੇ ਅਗਲਾ ਪੌੜ ਚੁੱਕਿਆ ਤਾਂ ਇੱਕ ਦਾ ਸਾਤਾ ਬਣ ਗਿਆ। ਗੁਰੂ ਜੀ ਕਹਿਣ ਲੱਗੇ, ਮੈਂ ਤੁਹਾਨੂੰ ਇੱਕ ਪੁੱਤਰ ਦੇਣਾ ਸੀ, ਪਰ ਇਹ ਇੱਕ ਦਾ ਸਾਤਾ ਬਣ ਗਿਆ। ਹੁਣ ਤੁਹਾਨੂੰ 7 ਪੁੱਤਰ ਦਿੱਤੇ ਗਏ ਹਨ। ਉਹ ਬੀਬੀ ਬੜੀ ਖੁਸ਼ ਹੋਈ। ਅੱਗੋਂ ਜੋ ਗੁਰੂ ਸਾਹਿਬ ਨੇ ਬੀਬੀ ਨੂੰ ਕਿਹਾ, ਹੁਣ ਇੰਝ ਕਰੀ, ਇਹਨਾਂ ਵਿੱਚੋਂ ਇੱਕ ਪੁੱਤਰ ਸਾਨੂੰ ਦੇ ਦੇ। ਸਾਡੇ ਜਿਹੜੇ ਪ੍ਰਚਾਰਕ ਨੇ ਬੜਾ ਸਵਾਦ ਲੈ ਲੈ ਕੇ ਐਸੀਆਂ ਕਹਾਣੀਆਂ ਸੁਣਾਉਂਦੇ ਹਨ। ਇਹਨਾਂ ਵਿੱਚੋਂ ਇੱਕ ਪੁੱਤਰ ਸਾਨੂੰ ਦੇ ਦੇ। ਬੀਬੀ ਕਹਿਣ ਲੱਗੀ, ਗੁਰੂ ਜੀ 1 ਮਿੰਟ ਰੁਕ ਜਾਓ, ਮੈਂ ਜਰਾ ਹਿਸਾਬ ਕਿਤਾਬ ਕਰ ਲਵਾਂ। ਅਸੀਂ ਜ਼ਿਮੀਂਦਾਰ ਲੋਕ ਹਾਂ, ਖੇਤੀਬਾੜੀ ਵਾਲੇ ਲੋਕ ਹਾਂ, ਦੇਖਦੇ ਹਾਂ ਕਿ ਕੋਈ ਪੁੱਤਰ ਵਾਧੂ ਹੈ ਜਾਂ ਨਹੀਂ ਹੈ। ਗਿਣ ਲੱਗੀ ਕਿ 2 ਤਾਂ ਅਸੀਂ ਹਾਲੀ ਕਰ ਦੇਣੇ ਆ, ਹਲ 2 ਚਲਾਉਣੇ ਨੇ। ਇੱਕ ਪਿੱਛੇ ਰੋਟੀ ਪਾਣੀ ਲੈ ਕੇ ਜਾਊਗਾ, ਇੱਕ ਜਿਹੜਾ ਹੈ ਉਹ ਹਲਟ ਹਕੂਗਾ, ਦੂਜਾ ਨੱਕੇ ਮੋੜੂਗਾ, ਤੀਜਾ ਪਸ਼ੂਆਂ ਦਾ ਪੱਠਾ ਡੱਠਾ ਬਣਾਊਗਾ। ਔਰ ਇਹ 6 ਪੁੱਤਰ ਹੋ ਗਏ। ਔਰ 7ਵਾਂ ਜਿਹੜਾ ਹੈ ਉਹ ਚੌਧਰੀ ਹੋਊ ਘਰ ਦਾ। ਬਾਹਰ ਅੰਦਰ ਜਾਣਾ ਹੁੰਦਾ, ਕਿਸੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਆ। ਬੀਬੀ ਨੇ ਜਵਾਬ ਦੇ ਦਿੱਤਾ ਕਿ ਗੁਰੂ ਜੀ ਕੋਈ ਵੀ ਪੁੱਤਰ ਵਾਧੂ ਨਹੀਂ, 7 ਦੇ 7 ਕੰਮ ਬਹੁਤੇ ਨੇ, ਤੇ ਇਸ ਕਰਕੇ ਇਹ ਇਦਾਂ ਦੇ ਮਸਾਲੇ ਲਾ ਲਾ ਕੇ ਕਹਾਣੀਆਂ ਸਾਨੂੰ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ। ਔਰ ਇਹ ਘਟਨਾ ਅੰਮ੍ਰਿਤਸਰ ਦੀ ਦੱਸਦੇ ਆ। ਤੇ ਆਹ ਜਿਹੜੀ ਘਟਨਾ ਹੈ ਇਹ ਮਾਲਵੇ ਦੀ ਹੈ। ਉਹ ਘਟਨਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੋੜੀ ਜਾਂਦੀ ਹੈ। ਇਹ ਘਟਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜੀ ਜਾਂਦੀ ਹੈ। ਮੈਂ ਬੜਾ ਹੈਰਾਨ ਹੈ, ਇੱਕੋ ਜਿਹੀਆਂ ਘਟਨਾਵਾਂ। ਇੰਝ ਲੱਗਦਾ ਸਾਡੇ ਸਾਖੀਕਾਰਾਂ ਨੂੰ, ਸਾਡੇ ਕਹਾਣੀਕਾਰਾਂ ਨੂੰ, ਸਾਡੇ ਇਤਿਹਾਸ ਦੇ ਨਾਂ ਤੇ ਇਹ ਮਿਥਿਹਾਸ ਲਿਖਣ ਵਾਲਿਆਂ ਨੂੰ ਵਿਹਲਾ ਟਾਈਮ ਹੈ। ਹਰ ਚੀਜ਼ ਲਿਖਦੇ ਇੰਝ ਹੈ ਕਿ ਇੱਕ ਪਾਸੇ ਇੱਕ ਜਗਿਆਸੂ ਬੋਲ ਰਿਹਾ ਔਰ ਦੂਜੇ ਪਾਸੇ ਗੁਰੂ ਸਾਹਿਬ ਬੋਲ ਰਿਹਾ। ਗੁਰੂ ਸਾਹਿਬ ਨੇ ਇੰਝ ਕਿਹਾ, ਗੁਰੂ ਸਾਹਿਬ ਨੇ ਇੰਝ ਕਿਹਾ। ਮੈਨੂੰ ਤੇ ਇਹ ਗੱਲ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਨੂੰ ਇਹਨਾਂ ਨੇ ਕੀ ਸਮਝ ਰੱਖਿਆ। ਇਹ ਲਿਖਦੇ ਨੇ 100 ਸਾਲ ਬਾਅਦ, 200 ਸਾਲ ਬਾਅਦ। ਇਹਨਾਂ ਨੂੰ ਕਹਾਣੀ ਕੌਣ ਦੱਸਦਾ ਹੈ, ਕਿੱਥੋਂ ਲਈ? ਮੈਂ ਇਹੀ ਗਿਆਨੀ ਗਿਆਨ ਸਿੰਘ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ ਹੈ, ਤਵਾਰੀਖ ਗੁਰੂ ਖਾਲਸਾ ਸਨ 1900 ਵਿੱਚ। ਅਗਰ ਇਹ ਘਟਨਾ ਗੁਰੂ ਗੋਬਿੰਦ ਸਿੰਘ ਨਾਲ ਸੱਚਮੁੱਚ ਹੀ ਸੰਬੰਧਿਤ ਹੈ ਤਾਂ ਫਿਰ ਜਿਹੜੀ ਗੱਲ ਹੈ ਹੋਈ ਸਨ 1705 ਜਾਂ 6 ਦੇ ਵਿੱਚ, ਔਰ ਇਹ ਵੀਰ ਲਿਖ ਰਿਹਾ ਸਨ 1900 ਵਿੱਚ। ਸਨ 1900 ਵਿੱਚ ਇਹ ਗ੍ਰੰਥ ਲਿਖ ਰਿਹਾ ਹੈ। ਇਸ ਕੋਲ ਇਹ ਕਥਨਾ ਕਿਵੇਂ ਪੁੱਜੀ? ਇਸ ਨੂੰ ਆਪਣਾ ਆਧਾਰ ਦੇਣਾ ਪਏਗਾ ਕਿ ਇਸਨੇ ਫਲਾਣੇ ਗ੍ਰੰਥ ਤੋਂ ਲਿਖੀ, ਜੋ ਕਿ ਅਜਿਹਾ ਇਹ ਕੁਝ ਵੀ ਨਹੀਂ ਦਿੰਦੇ। ਵੱਧ ਤੋਂ ਵੱਧ ਇਹ ਕੋਈ ਉਦਾਹਰਣ ਦਿੰਦੇ ਨੇ, ਆਧਾਰ ਦੱਸਦੇ ਨੇ। ਇਹ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ ਸੂਰਜ ਪ੍ਰਕਾਸ਼ ਗ੍ਰੰਥ। ਸੂਰਜ ਪ੍ਰਕਾਸ਼ ਗ੍ਰੰਥ ਹੈ, ਉਹ ਸਨ 1843 ਵਿੱਚ ਲਿਖਿਆ ਗਿਆ। ਸੋ ਸੂਰਜ ਪ੍ਰਕਾਸ਼ ਗ੍ਰੰਥ ਵਾਲੇ ਕੋਲ ਇਤਿਹਾਸ ਕਿੱਥੋਂ ਆਇਆ? ਉਹ ਜ਼ਿਕਰ ਕਰਦਾ ਹੈ ਕਿ ਮੈਂ ਭਾਈ ਰਾਮ ਕੋਇਰ ਤੋਂ ਇਹ ਸਾਰੀ ਕਹਾਣੀ ਸੁਣੀ। ਜਦ ਕਿ ਭਾਈ ਰਾਮ ਕੌਰ ਜਿਹੜਾ ਉਹਦਾ ਜੀਵਨ ਕਾਲ ਹੈ ਸਨ 1672 ਤੋਂ ਲੈ ਕੇ ਸਨ 1761 ਈਸਵੀ ਤੱਕ, ਔਰ ਕਵੀ ਸੰਤੋਖ ਸਿੰਘ ਦਾ ਜਨਮ ਹੁੰਦਾ 1788 ਈਸਵੀ। 27 ਸਾਲ ਬਾਅਦ ਭਾਈ ਰਾਮ ਕੌਰ ਤੋਂ। ਇਹ ਸਭ ਹਵਾਈ ਮਹਿਲ ਨੇ, ਸਭ ਗੱਪਾਂ ਨੇ। ਇਸ ਤਰ੍ਹਾਂ ਕਰਕੇ ਇਹ ਇਸ ਵਿੱਚ
किसी कहानी विच कोई भी सच नहीं है, सिर्फ सानू मूर्ख बनाउण दीआं गल्लां हन। हुण एक होर इहदे विच मेरा सवाल है, जेकर ऐसे पुत्र लैण देण वाली गल हुंदी, सिख धर्म विच कोई ऐसा विधान हुंदा, तां साडे आदि गुरु श्री गुरु नानक पातशाह जिन्हां तो ज्ञान लैके जोत लैके अगों 9 गुरु साहिबान होए हन, आधार गुरु नानक पातशाह हन। अगर ऐसे बच्चे देण वाली, पुत्र देण वाली गल कोई गुरमत अनुसारी हुंदी, तां असीं सारे इतिहास जानते हां कि इस दुनिया विच गुरु नानक पातशाह लई सब तो प्यार करन वाली, सब तो सत्कारत कोई रूह, कोई हस्ती सी तां ओह बेबे नानकी सी, गुरु नानक पातशाह दी वड्डी भैण। हुण जरा सोचो कि अगर यह कोई फार्मूला हुंदा, यह कोई टैक्निक हुंदी, यह कोई स्पैशल शक्ति हुंदी, कौन नहीं चाहुंदा उन्हां दे घर बच्चा ना होवे। बेबे नानकी भी चाहुंदे होणगे कि उन्हां दे घर बच्चा होवे, और उहदा वीर अपना गुरु है। जेकर यह टैक्निक है, यह टैक्निक गुरु नानक तो आया होएगा ना, किसी नूं पुत्र देना, बच्चे देने, एक दी जगह 7, ते फिर ਇਹਦਾ मतलब ਜਾਂ ਤਾਂ बाबा नानक अपनी भैन नाल प्यार नहीं सी करदा, उत्तों उत्तों करदा सी, असली वो दिलों प्यार नहीं करदा सी, पर यह झूठ है। वो सच्ची मुच्ची अपनी भैन नूं प्यार करदा सी। फिर उन्होंने अपनी भैन नूं कोई बच्चा क्यों ना उन्हां दे लेखां विच लिख दिता। जे ऐसा कोई विधान है, गुरु हरगोबिंद साहब लेखां 'च बच्चा लिख सकते, गुरु गोबिंद सिंह जी लिख सकते हैं, तो गुरु नानक पातशाह ने क्यों ना लिखिया? कोई दुश्मनी सी, कोई वैर विरोध सी? नहीं, क्योंकि ऐसा कुछ है ही नहीं। एक कुदरती फिनोमिना है, कुदरत के रंग ने किसनू बच्चा होना नहीं होना, एक सिस्टम है, उहदे अनुसार बच्चा पैदा होना। एक गल होर मैं कर दूंगा कि कहंदे भी लेखां विच नहीं लिखिया, बच्चा लेखां विच नहीं लिखिया, और गुरु हरगोबिंद साहब पातशाह बड़ी मुश्किल नाल एक बच्चा लिखण नूं तैयार होए। मैं तां ये समझदा कि वो रब नालों वड्डे तां गुरु हरगोबिंद साहब हो गए कि ओहदी करनी दे विच वो अपना हुक्म पा रहे ने, पर यह तां इक्को ही पुत्त देण लगे सी गुरु हरगोबिंद साहब, पर घोड़ा तां सब तो वड्डा हो गया जिसने एक दे 7 बनवा दिते, और वो 7 देने पे। इसका मतलब वो घोड़ा किड्डा महान होएगा, किड्डा पूजनिक होएगा। मैनूं हुण समझ आई कि साडे सिख घोड़ियां नूं क्यों पूजदे हन। इंज लगदा कि उन्हां नूं लगदा है ये घोड़े की बदौलत ही संसार चल रहा, ते घोड़े ने 1 तो 7 बना दिता। मैं एक कहानियां तां सुना रहा कि जिन्हां नूं इतिहासक सोमे कहने आ, उन्हां विच कुछ भी इतिहास नहीं, गोपौड़ ने ऐसियां गल्लां ने ਜਿਹੜੀਆਂ गुरु ग्रंथ साहब की विचारधारा नूं रद्द करनियां, उस नूं खत्म करन वालियां हन। सो इन्हां विच कुछ भी नहीं है। कोई भी ग्रंथ लै लो, एक दूजे तो वध चढ़ के उन्होंने ऐसियां गल्लां लिखियां होईयां। एक कविता सुन के गुरु गोबिंद सिंह जी पुत देण लगे, और सिख ने पैरां नूं मत्था टेकिया ते हथ हिल गया, तां 1 दे 7 बन गए। अज दी विचार इसनूं की करनी है, इस तरह करके सानू समझ लेना चाहिए कि इन्हां ग्रंथां नूं इतिहास मनण तो पहला इन्हां नूं चंगी तरह वाच लईए, समझ लईए, तां ही कोई लाहा है। हालांकि ये जिहड़ा ज्ञानी ज्ञान सिंह है, इसने बहुत शैतानी वरती है, बहुत चलाकी नाल इसने इतिहास लिखिया। कहण नूं ये कह रहा कि ये इतिहास जिहड़ा वो कवि संतोख सिंह का कविता विच लिखे हुए इतिहास नूं उसने वार्तक किया है, पर यह निरा झूठ है। उसने उसका सहारा लैके अपनी मन की मत पिछे लग के इतिहास लिखिया, उसका उल्था नहीं है। उसकी मैं तुहानूं उदाहरण दिना, ये उल्था क्यों नहीं है। गुरु गोबिंद सिंह के जीवन नाल
ਜਿਹੜਾ ਕਵੀ ਸੰਤੋਖ ਸਿੰਘ ਹੈ ਉਹ ਬਾਰ-ਬਾਰ ਲਿਖਦਾ ਹੈ ਕਿ ਲੋਹੜੇ ਵੇਲੇ ਗੁਰੂ ਸਾਹਿਬ ਸ਼ਰਦਾਈ ਪੀਂਦੇ ਸਨ। ਸ਼ਰਦਾਈ ਦੇ ਵਿੱਚ ਬਿਜੀਆ ਭੰਗ ਦੀ ਬਹੁਤ ਮਾਤਰਾ ਹੁੰਦੀ ਸੀ ਔਰ ਨਾਲ ਅਫੀਮ ਵੀ ਖਾਂਦੇ ਸਨ। ਇਹ ਕਵੀ ਸੰਤੋਖ ਸਿੰਘ ਦੇ ਗ੍ਰੰਥ 'ਚ ਲਿਖਿਆ। ਪਰ ਜਿਸਨੇ ਉਸਦੇ ਗ੍ਰੰਥ ਤੋਂ ਉਲਟਾ ਕੀਤਾ ਉਸਨੇ ਭੰਗ ਦਾ ਨਾਂ ਨਹੀਂ ਲਿਖਿਆ। ਹੁਣ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕਿਸੇ ਦੇ ਲਿਖੇ ਗ੍ਰੰਥ ਨੂੰ ਅਗਰ ਤੁਸੀਂ ਅੱਗੇ ਕਵਿਤਾ ਤੋਂ ਵਾਰਤਕ ਕਰ ਰਹੇ ਹੋ, ਤੁਸੀਂ ਘਟਨਾਵਾਂ ਨੂੰ ਘੱਟ ਵੱਧ ਕਿਵੇਂ ਕਰ ਸਕਦੇ ਹੋ? ਇਹ ਤੁਹਾਡੇ ਕੋਲ ਅਧਿਕਾਰ ਹੈ ਕਿ ਤੁਸੀਂ ਉਹ ਪੂਰੀ ਘਟਨਾ ਨੂੰ ਉਵੇਂ ਲਿਖ ਕੇ ਫਿਰ ਉਸ ਦਾ ਵਿਸ਼ਲੇਸ਼ਣ ਕਰੋ, ਫਿਰ ਆਪਣੀ ਟਿੱਪਣੀ ਲਿਖੋ ਕਿ ਆਹ ਗੱਲ ਜਿਹੜੀ ਹੈ ਕਵੀ ਸੰਤੋਖ ਸਿੰਘ ਨੇ ਗਲਤ ਲਿਖੀ ਹੈ, ਇਹ ਗੁਰਮਤਿ ਅਨੁਸਾਰੀ ਨਹੀਂ ਹੈ। ਕਿਸੇ ਬੰਦੇ ਨੂੰ ਵੀ ਕੋਈ ਹੱਕ ਨਹੀਂ ਕਿਸੇ ਦੇ ਲਿਖੇ ਹੋਏ ਗ੍ਰੰਥ ਦੇ ਵਿੱਚ ਕੋਈ ਹੇਰ ਫੇਰ ਕਰੇ। ਆਪਣੀ ਟਿੱਪਣੀ ਦੇਣ ਦਾ ਹਰ ਇੱਕ ਨੂੰ ਅਧਿਕਾਰ ਹੈ, ਪਰ ਆਧਾਰ ਕਿਸੇ ਚੀਜ਼ ਨੂੰ ਮੰਨ ਕੇ ਆਪਣੀ ਮਰਜ਼ੀ ਨਾਲ ਲਿਖਣਾ, ਇਸ ਨੂੰ ਬੇਈਮਾਨੀ ਕਹਿੰਦੇ ਹਨ, ਇਸ ਨੂੰ ਸ਼ੈਤਾਨੀ ਕਹਿੰਦੇ ਹਨ। ਇਸ ਤਰ੍ਹਾਂ ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ। ਇਹਨਾਂ ਗ੍ਰੰਥਾਂ ਵਿੱਚ ਗੁਰਮਤਿ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਅਗਰ ਕੋਈ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਹਨ, ਉਹ ਸਿਰਫ ਇਸ ਲਈ ਲਿਖੀਆਂ ਹਨ ਕਿ ਉਹਨਾਂ ਚੰਗੀਆਂ ਗੱਲਾਂ ਕਰਕੇ ਤੁਸੀਂ ਇਤਿਹਾਸ ਨੂੰ ਪੜ੍ਹੋ, ਤਾਂ ਜੋ ਜ਼ਹਿਰ ਨਾਲ ਦੇਣੀਆਂ ਗੁਰਮਤਿ ਨੂੰ ਖਤਮ ਕਰਨ ਦੇ ਜਿਹੜੇ ਗੱਲਾਂ ਕਰਨੀਆਂ ਉਹ ਕਵੀ ਕਰ ਸਕਣ। ਆਓ ਇਹਨਾਂ ਲਫ਼ਜ਼ਾਂ ਨਾਲ ਮੈਂ ਖਿਮਾ ਦਾ ਜਾਤਕ ਹਾਂ। ਕੋਈ ਬੇਨਤੀ ਜੋ ਵਾਰ-ਵਾਰ ਕਰਦਾ, ਜੇ ਇਹ ਖੋਜ ਵਿਚਾਰ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਘੰਟੀ ਦਾ ਬਟਨ ਵੀ ਦਬਾ ਦਿਓ ਤੇ ਵੀਡੀਓ ਨੂੰ ਲਾਈਕ ਵੀ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।